ਵੀਡੀਓ ਦੇਖ ਰਹੀ ਆਡੀਅנס ਨੂੰ ਇਦਾਂ ਲੱਗ ਸਕਦਾ ਹੈ ਕਿ ਮੈਂ ਕੁਝ ਗੱਲਾਂ ਕਿਸਾਨ ਅੰਦੋਲਨ ਦੇ ਖਿਲਾਫ ਕਰ ਰਹੀ ਹਾਂ। ਮੈਂ ਸਪਸ਼ਟੀਕਰਨ ਦੇਣਾ ਚਾਹੁੰਦੀ ਹਾਂ ਕਿ ਮੈਂ ਕੁਝ ਫੈਸਲਿਆਂ ਦੇ ਨਾਲ ਇਸ ਟਾਈਮ ਸਹਿਮਤ ਨਹੀਂ ਹਾਂ। ਕਿਸਾਨ ਅੰਦੋਲਨ ਦੇ ਨਾਲ ਆਲਵੇਜ਼ ਖੜੇ ਸੀ ਔਰ ਖੜੇ ਹੈਗੇ ਆ ਹੁਣ ਵੀ। ਪੁਆਇੰਟ ਇਹ ਹੈ ਕਿ ਲਖੀਮਪੁਰ ਖੇੜੀ ਵਾਇਲੈਂਸ ਦਾ ਸਮਝੌਤਾ 24 ਘੰਟਿਆਂ ਦੇ ਵਿੱਚ ਹੋ ਵੀ ਗਿਆ। ਵੀਡੀਓ 24 ਘੰਟਿਆਂ ਤੋਂ ਬਾਅਦ ਇੱਕ ਸਾਹਮਣੇ ਆਉਂਦੀ ਹੈ ਜਿਹਦੇ ਵਿੱਚ ਗੱਡੀ ਚਲਾਉਣ ਵਾਲੇ ਦੀ ਔਰ ਗੱਡੀ 'ਚ ਬੈਠੇ ਹੋਏ ਲੋਕਾਂ ਦੀ ਮਾਨਸਿਕਤਾ ਕਲੀਅਰ ਨਜ਼ਰ ਆ ਰਹੀ ਹੈ ਕਿ ਉਹ ਇਹ ਇਰਾਦੇ ਦੇ ਨਾਲ ਆਏ ਸੀ ਕਿ ਅਸੀਂ ਰਗੜ ਦਵਾਂਗੇ ਕਿਸਾਨਾਂ ਨੂੰ, ਆਪਣੀ ਗੱਡੀਆਂ ਨਾਲ ਘੜੀਸ ਕੇ ਮਾਰਾਂਗੇ, ਗੱਡੀ ਚੜਾ ਦਾਂਗੇ ਇਹਨਾਂ ਦੇ ਉੱਤੇ। ਉਸ ਵੀਡੀਓ 'ਚ ਤੁਸੀਂ ਦੇਖਿਆ ਹੋਣਾ ਕਿ ਆਰਾਮ ਨਾਲ ਖੜੇ ਆ ਲੋਕ, ਮੋਢੇ ਤੇ ਕਿਸਾਨੀ ਦਾ ਝੰਡਾ ਚੱਕੇ ਹੋਏ ਮਾਣ ਦੇ ਨਾਲ ਇੱਕ ਕਾਰਨ, ਇੱਕ ਸੰਘਰਸ਼, ਇੱਕ ਕੌਜ਼ ਦੇ ਵਿੱਚ ਹਿੱਸਾ ਲੈ ਰਹੇ ਆ ਔਰ ਪਿੱਛੋਂ ਆ ਕੇ ਇੱਕ ਗੰਦੀ ਮਾਨਸਿਕਤਾ ਨੇ ਗੱਡੀ ਦੇ ਨਾਲ ਉਹਨਾਂ ਨੂੰ ਰੇਂਦ ਦਿੱਤਾ। ਇਸ ਹਾਦਸੇ ਤੋਂ ਬਾਅਦ ਉਸ ਮਾਨਸਿਕਤਾ ਨੂੰ ਟਾਰਗੇਟ ਕਰਨ ਦੀ ਜ਼ਰੂਰਤ ਸੀ ਜੋ ਮਾਨਸਿਕਤਾ ਉਹ ਗੱਡੀ ਦੇ ਸਟੀਅਰਿੰਗ ਵੀਲ ਦੇ ਪਿੱਛੇ ਸੀ, ਜੋ ਮਾਨਸਿਕਤਾ ਉਹ ਗੱਡੀ ਦੀ ਰੇਸ ਤੇ ਪੈਰ ਰੱਖ ਰਹੀ ਸੀ ਔਰ ਜੋ ਮਾਨਸਿਕਤਾ ਉਹ ਗੱਡੀਆਂ ਦੇ ਵਿੱਚ ਲੋਕ ਬੈਠੇ ਹੋਏ ਸੀ ਜੋ ਆਪਣੀ ਇਹ ਗੰਦੀ ਸੋਚ ਲੈ ਕੇ ਆਏ ਸੀ, ਇੱਕ ਬਾਰਬੈਰਿਕ ਸੋਚ ਲੈ ਕੇ ਇਹ ਕਾਰਨਾਮਾ ਕਰਕੇ ਗਏ ਨੇ। ਜਦ ਕਿ ਇਹ ਜੋ ਫੈਸਲਾ, ਇਹ ਜੋ ਸਮਝੌਤਾ ਹੋਇਆ, ਇਹਦੇ ਤੋਂ ਇਦਾਂ ਲੱਗਦਾ ਕਿ ਇਹ ਡੈਮੇਜ ਕੰਟਰੋਲ ਕੀਤਾ ਗਿਆ ਹੈ। ਡੈਮੇਜ ਕੰਟਰੋਲ ਉਹਦੇ ਲਈ ਕੀਤਾ ਗਿਆ ਜੋ ਉਹ ਮਾਨਸਿਕਤਾ ਦੇ ਕਾਰਨ ਨੁਕਸਾਨ ਹੋਇਆ, ਉਹ ਨੁਕਸਾਨ ਜ਼ਿਆਦਾ ਨਾ ਮਿਲੇ ਕਿਸੇ ਨੂੰ, ਇਸ ਕਰਕੇ ਇਹ ਡੈਮੇਜ ਕੰਟਰੋਲ ਵਾਲਾ ਸਮਝੌਤਾ ਕੀਤਾ ਗਿਆ ਹੈ। ਸਮਝੌਤੇ ਦੇ 4 ਪੱਖ ਮੇਨ ਨੇ। 45 ਲੱਖ ਰੁਪਇਆ ਪਲੱਸ ਨੌਕਰੀ, 10 ਲੱਖ ਰੁਪਇਆ ਜੋ ਇੰਜਰਡ ਨੇ, FIR ਤੇ ਇਨਕੁਆਇਰੀ ਰਿਟਾਇਰਡ ਹਾਈ ਕੋਰਟ ਦੇ ਜੱਜ ਵੱਲੋਂ। ਇਹ ਜੋ ਬਹੁਤ ਜਲਦਬਾਜ਼ੀ ਦੇ ਵਿੱਚ ਸਮਝੌਤਾ ਹੋਇਆ, ਇਹ ਮੈਨੂੰ ਸਫੀਸ਼ੀਐਂਟ ਨਹੀਂ ਲੱਗਿਆ। ਰਿਟਾਇਰਡ ਜੱਜ ਤੋਂ ਇਨਕੁਆਇਰੀ ਕਰਵਾਵਾਂਗੇ। ਰਿਟਾਇਰਡ ਜੱਜ ਰਿਟਾਇਰ ਹੋਣ ਤੋਂ ਬਾਅਦ ਕਿਚਨ ਗਾਰਡਨਿੰਗ ਨਹੀਂ ਕਰਦਾ ਹੋਏਗਾ ਘਰ 'ਚ ਬੈਠ ਕੇ। ਹੀ ਮਾਈਟ ਬੀ ਐਸੋਸੀਏਟਡ ਵਿਦ ਸਰਟਨ ਪੋਲੀਟੀਕਲ ਪਾਰਟੀਜ਼ ਔਰ ਅਦਰ ਆਰਗੇਨਾਈਜੇਸ਼ਨਸ ਔਰ ਅਦਰ ਸੰਘਸ। ਸਮਝੌਤੇ ਦੇ ਵਿੱਚ FIR ਨੂੰ ਵੀ ਮੇਨ ਮੁੱਦਾ ਬਣਾਇਆ ਗਿਆ। ਅਗਰ ਆਪਾਂ ਇੰਨੇ ਸ਼ੋਰ ਹੈਗੇ ਆ ਕਿ ਉਹ ਮੰਤਰੀ ਦਾ ਮੁੰਡਾ ਉੱਥੇ ਸੀ ਔਰ ਉਹ ਮੰਤਰੀ ਦੇ ਕਾਰਨ ਇਹ ਚੀਜ਼ਾਂ ਹੋਈਆਂ, ਤਾਂ ਇਹ ਸਮਝੌਤਾ ਕਿਸ ਗੱਲ ਦਾ ਹੋਇਆ ਵੀ ਉਸ ਮੰਤਰੀ ਦਾ ਨਾਮ ਵਿੱਚ ਪਾਇਆ ਜਾਵੇ, ਉਹਦੇ ਮੁੰਡੇ ਦਾ ਨਾਮ ਵਿੱਚ ਪਾਇਆ ਜਾਵੇ। ਉਹ ਗੱਡੀ ਦੀ ਰਜਿਸਟ੍ਰੇਸ਼ਨ ਪਲੇਟ ਡਾਇਰੈਕਟਲੀ ਬਿਲੋਂਗਸ ਟੂ ਉਹ ਮੁੰਡੇ ਨੂੰ, ਜਿਹੜਾ ਉਹ ਵਿਗੜਿਆ ਹੋਇਆ ਔਲਾਦ ਹੈ ਇੱਕ ਮੰਤਰੀ ਦੀ। ਇਹ ਜੋ ਸਮਝੌਤਾ ਹੈ ਕੋਈ ਲਿਖਤੀ ਰੂਪ ਦਾ ਸਮਝੌਤਾ ਨਹੀਂ ਹੈ, ਸਿਰਫ ਵਰਬਲ ਗੱਲਾਂ ਬਾਤਾਂ ਆ। ਪ੍ਰੈਸ ਕਾਨਫਰੰਸਾਂ ਦੇ ਵਿੱਚ ADG ਐਂਡ ਕਿਸਾਨ ਆਗੂਆਂ ਵੱਲੋਂ ਕਈਆਂ ਹੋਈਆਂ ਗੱਲਾਂ ਆ ਜਿੱਥੇ ਕੋਈ ਵੀ ਰਿਟਨ ਪ੍ਰੂਫ ਕੱਲ ਨੂੰ ਨਹੀਂ ਮੌਜੂਦ ਹੈਗਾ। ਅਗਰ ਕਿਸਾਨ ਅੰਦੋਲਨ ਅੱਜ ਜਿੱਤ ਜਾਏ, ਕੱਲ ਜਿੱਤ ਜਾਏ, ਉਸ ਤੋਂ ਬਾਅਦ ਇਹ ਸਮਝੌਤਾ ਕਿੰਨਾ ਲਾਗੂ ਹੋਏਗਾ, ਕੌਣ ਜਾ ਕੇ ਕਹੇਗਾ ਕਿ ਤੁਸੀਂ ਲਾਗੂ ਕਿਉਂ ਨਹੀਂ ਕੀਤਾ, ਉਹਦੇ ਬਾਰੇ ਕੋਈ ਵੀ ਰਿਟਨ ਪ੍ਰੂਫ ਨਹੀਂ ਹੈ। ਇਸ ਹਾਦਸੇ ਦੇ ਵਿੱਚ ਟੋਟਲ 8 ਮੌਤਾਂ ਹੋਈਆਂ, ਉਹਨਾਂ ਚੋਂ 4 ਕਿਸਾਨ ਕਿਸਾਨੀ ਸੰਘਰਸ਼ ਦੇ ਨਾਮ ਤੇ ਸ਼ਹੀਦ ਹੋ ਗਏ। ਨੰਬਰ 1 ਲਵਪ੍ਰੀਤ ਸਿੰਘ, ਉਮਰ 19 ਸਾਲ। ਨੰਬਰ 2 ਗੁਰਵਿੰਦਰ ਸਿੰਘ, ਉਮਰ 18 ਸਾਲ। ਨੰਬਰ 3 ਨਛੱਤਰ ਸਿੰਘ, ਉਮਰ 55 ਇਅਰਸ। ਨੰਬਰ 4 ਦਿਲਜੀਤ ਸਿੰਘ, ਉਮਰ ਮਹਿਜ 35 ਸਾਲ। 18 ਸਾਲ ਦਾ ਗੁਰਵਿੰਦਰ ਸਿੰਘ 10ਵੀਂ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਿਸੇ ਫੋਰਨ ਕੰਟਰੀ ਦੇ ਵਿੱਚ ਜਾਣਾ ਚਾਹੁੰਦਾ ਸੀ ਕੰਮਕਾਰ ਦੇ ਲਈ। ਉਹ ਆਪਣੇ ਘਰੋਂ ਇਹ ਕਹਿ ਕੇ ਆਇਆ ਕਿ ਮੈਂ ਕਿਸੇ ਵਧੀਆ ਸੰਘਰਸ਼ ਦੇ ਵਿੱਚ ਜਾ ਰਿਹਾ, ਮੈਨੂੰ ਮਾਣ ਹੈ ਕਿ ਮੈਂ ਫਾਰਮਰਸ ਪ੍ਰੋਟੈਸਟ ਦੇ ਵਿੱਚ ਜਾ ਰਿਹਾ। 55 ਸਾਲਾਂ ਦਾ ਨਛੱਤਰ ਸਿੰਘ, ਜਿਹਦੀਆਂ 2 ਬੇਟੀਆਂ ਹੁਣ ਪਿੱਛੇ ਰਹਿ ਗਈਆਂ, ਪਹਿਲੀ ਵਾਰ ਕਿਸਾਨੀ ਸੰਘਰਸ਼ ਦੇ ਵਿੱਚ ਸ਼ਾਮਿਲ ਹੋਇਆ ਸੀ, ਕਿਸਾਨਾਂ ਦੀ ਕਾਲ ਤੇ ਉੱਥੇ ਗਿਆ ਸੀ। ਮਹਿਜ 35 ਸਾਲ ਦੀ ਉਮਰ ਦਾ ਦਿਲਜੀਤ ਸਿੰਘ, ਜਿਹਦੇ 2 ਬੱਚੇ ਨੇ, ਇੱਕ 16 ਸਾਲ ਦਾ, ਇੱਕ 14 ਸਾਲ ਦਾ, ਉਹ ਇੱਕ ਬੱਚੇ ਨੂੰ ਆਪਣੇ ਨੂੰ ਨਾਲ ਲੈ ਕੇ ਉਸ ਕਿਸਾਨੀ ਸੰਘਰਸ਼ ਦੇ ਵਿੱਚ ਗਿਆ ਔਰ ਅੱਜ ਉਹ ਬੰਦਾ ਸ਼ਹੀਦ ਹੋ ਗਿਆ ਔਰ ਉਹਦਾ ਬੇਟਾ ਹਜੇ ਵੀ ਉਹਦੇ ਸੱਟਾਂ ਲੱਗੀਆਂ ਨੇ, ਉਹ ਹਸਪੀਟਲ ਦੇ ਵਿੱਚ ਐਡਮਿਟ ਹੈ। ਇਹਨਾਂ 4 ਤੋਂ ਇਲਾਵਾ ਇੱਕ ਰਿਪੋਰਟਰ, 2 BJP ਦੇ ਲੋਕਲ ਲੀਡਰਸ ਐਂਡ ਇੱਕ ਡਰਾਈਵਰ ਉਸ ਕਾਰ ਦਾ, ਉਹਨਾਂ ਦੀ ਮੌਤ ਹੋਈ ਆ ਮੌਕੇ ਤੇ। ਔਰ ਇਹ ਦਾਅਵਾ ਨਿਊਜ਼ਪੇਪਰਾਂ ਦੀ ਰਿਪੋਰਟ 'ਚ ਕੀਤਾ ਗਿਆ ਕਿ ਉਹ ਜੋ ਉਹਨਾਂ ਦੀ ਮੌਤ ਹੋਈ ਹੈ ਉਹ ਉੱਥੋਂ ਦੇ ਪ੍ਰੋਟੈਸਟਰਸ ਵੱਲੋਂ ਹਮਲਾ ਕਰਨ ਤੋਂ ਬਾਅਦ, ਹਾਦਸੇ ਤੋਂ ਬਾਅਦ ਉਹਨਾਂ ਦੀ ਮੌਤ ਹੋਈ ਹੈ। ਅੱਜ ਆਪਾਂ ਹਾਈ ਕੋਰਟ ਦੀ ਇਨਕੁਆਇਰੀ ਤੇ ਭਰੋਸਾ ਕਰ ਰਹੇ ਹਾਂ। ਇਹ ਕੁਝ ਵਾਅਦੇ ਵੀ ਉਹਨਾਂ ਤੋਂ ਲੈ ਲਏ, ਇੱਦਾਂ ਹੋ ਜਾਏਗਾ, ਇੱਦਾਂ ਹੋ ਜਾਏਗਾ, ਪਰ ਕੱਲ ਨੂੰ ਅਗਰ ਇਹ ਕਿਸਾਨਾਂ ਤੇ ਜਿਹੜੇ ਉੱਥੇ ਮੌਜੂਦ ਸੀ ਉਹਨਾਂ ਤੇ ਇਹ ਕ੍ਰਾਸ ਪਰਚੇ ਹੋ ਜਾਣ, ਫਿਰ ਦੈਨ ਹੂ ਵਿਲ ਟੇਕ ਦਾ ਰਿਸਪੌਂਸਿਬਿਲਿਟੀ। ਜੋ ਵੀਡੀਓ ਸਾਹਮਣੇ ਆਈ ਹੈ ਉਹਦੇ ਵਿੱਚ ਸਾਫ਼ ਦਿਖਦਾ ਹੈ ਕਿ ਉਹ ਬੱਚਾ ਕਿਸਾਨੀ ਸੰਘਰਸ਼ ਦਾ ਜੋ ਝੰਡਾ ਆਪਣੇ ਮੋਢੇ ਤੇ ਰੱਖ ਕੇ ਖੜਾ ਹੈ। ਉਹਨੂੰ ਮਾਣ ਹੈ ਕਿ ਉਹ ਇਸ ਕੌਜ਼ ਦੇ ਵਿੱਚ, ਇਸ ਸੰਘਰਸ਼ ਦੇ ਵਿੱਚ ਹਿੱਸਾ ਲੈ ਰਿਹਾ ਹੈ। ਉਹਨੂੰ ਮਾਣ ਹੈ ਕਿ ਉਹ ਕੋਈ ਬਦਲਾਵ ਲਿਆ ਸਕਦਾ ਹੈ। ਉਹਨੂੰ ਮਾਣ ਹੈ ਕਿ ਅੱਜ ਉਹ ਇੱਥੇ ਆ ਕੇ ਇੰਨੇ ਲੋਕਾਂ ਦੀਆਂ ਗੱਲਾਂ ਦੇ ਵਿੱਚ ਪਾਰਟਿਸਿਪੇਸ਼ਨ ਕਰ ਰਿਹਾ ਹੈ। ਪਰ ਉਸ ਬੱਚੇ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਉਹ ਪਿੱਛੇ ਤੋਂ ਆ ਕੇ ਇੱਕ ਬਾਰਬੈਰਿਕ ਸੋਚ, ਉਸ ਗੰਦੀ ਮਾਨਸਿਕਤਾ ਵੱਲੋਂ ਰਗੜਿਆ ਜਾਏਗਾ। ਅਗਰ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਕਿਸਾਨੀ ਮੋਰਚਾ 10 ਮਹੀਨੇ ਤੋਂ ਜ਼ਿਆਦਾ ਸਮੇਂ ਲਈ ਚੱਲ ਸਕਦਾ ਹੈ, ਤਾਂ ਕੀ ਲੋਕਾਂ ਦੇ ਸਹਿਯੋਗ ਦੇ ਨਾਲ ਇਹਨਾਂ ਪਰਿਵਾਰਾਂ ਨੂੰ ਆਰਥਿਕ ਮਦਦ ਨਹੀਂ ਦਿੱਤੀ ਜਾ ਸਕਦੀ ਸੀ?
ਕਿ ਇਹਨਾਂ ਦੇ ਬੱਚਿਆਂ ਨੂੰ, ਇਹਨਾਂ ਦੇ ਪਰਿਵਾਰ ਦੇ ਹੋਰ ਡਿਪੈਂਡੈਂਟ ਜੀਆਂ ਨੂੰ ਅੱਗੇ ਆਉਣ ਵਾਲੀ ਉਮਰ ਤੱਕ ਸਰਵਿਸ ਨਹੀਂ ਦੇ ਸਕਦਾ ਸੀ ਕਿਸਾਨ ਮੋਰਚਾ ਜਾਂ ਸੰਯੁਕਤ ਕਿਸਾਨ ਮੋਰਚਾ? ਕੀ ਸੰਯੁਕਤ ਕਿਸਾਨ ਮੋਰਚੇ ਦੀ ਲੜਾਈ ਸਿਰਫ ਔਰ ਸਿਰਫ ਫਾਰਮਰਸ ਪ੍ਰੋਟੈਸਟ ਤੱਕ ਹੀ ਸੀਮਤ ਹੈ? ਕੀ ਸੰਯੁਕਤ ਕਿਸਾਨ ਮੋਰਚਾ ਇਸ ਤੋਂ ਬਾਅਦ ਫਾਰਮਰਸ ਪ੍ਰੋਟੈਸਟ ਤੋਂ ਬਾਅਦ ਜੋ ਸ਼ਹੀਦ ਹੋਏ ਕਿਸਾਨ ਆ, ਜਿਹੜੇ ਇਸ ਤਰ੍ਹਾਂ ਸ਼ਹੀਦ ਹੋਏ ਨੇ, ਜਿਨ੍ਹਾਂ ਨੂੰ ਗੰਦੀ ਮਾਨਸਿਕਤਾ ਵੱਲੋਂ ਰੌਂਦ ਕੇ ਮਾਰਿਆ ਗਿਆ ਹੈ, ਉਹਨਾਂ ਦੀ ਅੱਗੇ ਉਹਨਾਂ ਦੇ ਬੱਚਿਆਂ ਦੀ ਜਾਂ ਉਹਨਾਂ ਦੇ ਲੋੜਵੰਦ ਪਰਿਵਾਰ ਦੇ ਮੈਂਬਰਾਂ ਦੀ ਸਹਾਇਤਾ ਨਹੀਂ ਕਰ ਸਕਦਾ? ਅਗਰ ਉਹ 18 ਸਾਲ ਦਾ ਬੱਚਾ ਜਿਹੜਾ ਮੋਢੇ ਤੇ ਕਿਸਾਨੀ ਝੰਡਾ ਲੈ ਕੇ ਖੜਾ, ਉਹਨੂੰ ਕਿਹਾ ਜਾਂਦਾ ਕਿ ਤੈਨੂੰ 45 ਲੱਖ ਦੇਵਾਂਗੇ, ਤੂੰ ਫਾਰਮਰਸ ਪ੍ਰੋਟੈਸਟ 'ਚ ਨਾ ਜਾ, ਤਾਂ ਸ਼ਾਇਦ ਉਹ ਬੱਚਾ ਨਹੀਂ ਮੰਨਦਾ। ਉਹਨੇ ਕਹਿਣਾ ਸੀ ਨਹੀਂ, ਮੈਂ ਇਸ ਸੰਘਰਸ਼ 'ਚ ਜਾਊਂਗਾ, ਮੈਂ ਇਸ ਸੰਘਰਸ਼ ਦਾ ਹਿੱਸਾ ਬਣਨਾ ਚਾਹੁੰਦਾ ਆ। ਔਰ ਅੱਜ ਉਹਦੀ ਮੌਤ ਹੋਈ ਤੇ ਜਿੱਥੇ ਉਸ ਗੰਦੀ ਮਾਨਸਿਕਤਾ ਨੂੰ ਟਾਰਗੇਟ ਕਰਨਾ ਚਾਹੀਦਾ ਸੀ, ਜਿਹਦੀ ਵਜ੍ਹਾ ਦੇ ਨਾਲ ਇਹ ਬੇਕਸੂਰ ਲੋਕਾਂ ਦੀ ਜਾਨ ਗਈ ਹੈ ਔਰ ਬਹੁਤ ਬਰੂਟੈਲਿਟੀ ਦੇ ਨਾਲ ਉਹਨਾਂ ਨੂੰ ਮਾਰਿਆ ਗਿਆ ਹੈ, ਉੱਥੇ ਉਸ ਮਾਨਸਿਕਤਾ ਨੂੰ ਟਾਰਗੇਟ ਕਰਨ ਦੀ ਬਜਾਏ ਆਪਾਂ ਡੈਮੇਜ ਕੰਟਰੋਲ ਕਰ ਰਹੇ ਹਾਂ। ਕਿਹਨਾਂ ਦੇ ਲਈ? ਫਾਰਮਰਸ ਪ੍ਰੋਟੈਸਟ ਦੇ ਨਾਲ ਤਾਂ ਲੋਕਾਂ ਦਾ ਇਸ ਟਾਈਮ ਪੂਰੇ ਜਿਨ੍ਹਾਂ ਨੇ ਵੀ ਉਹ ਵੀਡੀਓ ਦੇਖੀ ਹੈ, ਸਭ ਦਾ ਇੱਕ ਤਰ੍ਹਾਂ ਨਾਲ ਇਮੋਸ਼ਨਲ ਅਟੈਚਮੈਂਟ ਹੋਗੀ ਕਿ ਇਹ ਬਹੁਤ ਮਾੜਾ ਹੋਇਆ ਔਰ ਇਟ ਵਾਸ ਪਰਫੈਕਟ ਓਪਰਚੁਨਿਟੀ ਇਹਨੂੰ ਇੱਕ ਜਨ ਅੰਦੋਲਨ ਬਣਾਉਣ ਦੀ। ਆਪੋਜੀਸ਼ਨ ਦੇ ਲੀਡਰਸ ਨੂੰ ਉੱਥੇ ਆਉਣ ਤੋਂ ਰੋਕ ਦਿੱਤਾ ਗਿਆ, ਧਾਰਾ 144 ਲਗਾ ਦਿੱਤੀ ਗਈ, ਪਰ ਉਸ ਤੋਂ ਬਾਅਦ ਵੀ ਕਿਸਾਨੀ ਅੰਦੋਲਨ ਦੀ ਪਾਵਰ ਹੈ ਕਿ ਇੰਨੇ ਲੋਕ ਉੱਥੇ ਇਕੱਠੇ ਹੋਏ। ਉਸ ਤੋਂ ਬਾਅਦ ਸਮਝੌਤਾ ਕਰ ਲਿਆ ਗਿਆ ਜਲਦਬਾਜ਼ੀ 'ਚ। ਰਕੇਸ਼ ਟਕੈਤ ਜੀ ਵੱਲੋਂ ਇੱਕ BBC ਨੂੰ ਦਿੱਤੀ ਹੋਈ ਇੰਟਰਵਿਊ ਦੇ ਵਿੱਚ ਨਾਲੇ ਤਾਂ ਉਹ ਬੱਚੇ ਦੀ ਲਾਸ਼ ਦਿਖਾ ਰਹੇ, ਨਾਲੇ ਇੰਟਰਵਿਊ 'ਚ ਕਹਿ ਰਹੇ ਨੇ ਕਿ ਦੇਖੋ ਗੋਲੀ ਦੇ ਨਾਲ ਮਾਰਿਆ ਗਿਆ। ਸੋ ਜਦੋਂ ਇਹ ਗੱਲ ਤੇ ਉਹ ਇੰਨੇ ਸ਼ੋਰ ਸੀਗੇ ਤਾਂ ਇਹ ਸਮਝੌਤਾ ਕਰਨ ਲੱਗੇ ਉਸ ਮੰਤਰੀ ਨੂੰ ਉਹਦੀ ਪੋਸਟ ਤੋਂ ਹਟਾਉਣਾ ਔਰ ਉਹਨਾਂ ਦੋਨਾਂ ਪਿਓ ਪੁੱਤਾਂ ਨੂੰ ਅਰੈਸਟ ਕਰਵਾਉਣਾ ਸਮਝੌਤੇ 'ਚ ਸ਼ਾਮਿਲ ਕਿਉਂ ਨਹੀਂ ਸੀ? ਯੂਪੀ ਦੇ ਲੋਕਲ ਏਰੀਆਜ਼ ਦੇ ਵਿੱਚ ਇਸ ਮੰਤਰੀ ਨੂੰ ਦਬੰਗ ਦੱਸਿਆ ਜਾਂਦਾ ਹੈ। ਸੋ ਇਸ ਬਰੂਟਲ ਇਨਸੀਡੈਂਟ ਤੋਂ ਬਾਅਦ ਇਸ ਮੰਤਰੀ ਦੀ ਦਬੰਗਗਿਰੀ ਖਤਮ ਕਰਨੀ ਚਾਹੀਦੀ ਸੀ, ਨਾ ਕਿ ਕੋਈ ਐਦਾਂ ਦਾ ਸਮਝੌਤਾ ਕਰਨਾ ਚਾਹੀਦਾ ਸੀ ਜੋ ਕੱਲ੍ਹ ਨੂੰ ਆਉਣ ਵਾਲੇ ਬੱਚੇ ਜਿਹੜੇ ਇਸ ਸੰਘਰਸ਼ 'ਚ ਪਾਰਟਿਸਿਪੇਟ ਕਰਨਗੇ ਉਹਨਾਂ ਨੂੰ ਮੋਟੀਵੇਟ ਨਾ ਕਰ ਪਾਏ। ਇਸ ਤੋਂ ਇਲਾਵਾ ਆਪੋਜੀਸ਼ਨਸ ਦੇ ਲੀਡਰਸ, ਆਗੂਆਂ 'ਚ ਇੱਕ ਦੌੜ ਛਿੜ ਜਾਂਦੀ ਹੈ ਕਿ ਛੇਤੀ ਛੇਤੀ ਲਖੀਮਪੁਰ ਖੇੜੀ ਪਹੁੰਚਿਆ ਜਾਵੇ। ਕੀ ਆਪੋਜੀਸ਼ਨ ਸਿਰਫ ਇਹੀ ਵੇਟ ਕਰਦਾ ਹੁੰਦਾ ਹੈ ਕਿ ਕਿਤੇ ਕੋਈ ਰੇਪ ਹੋਵੇ ਤਾਂ ਉਹ ਜਾਣ? ਕੀ ਆਪੋਜੀਸ਼ਨ ਇਹੀ ਵੇਟ ਕਰਦਾ ਹੁੰਦਾ ਕਿ ਕਿਤੇ ਲਖੀਮਪੁਰ ਖੇੜੀ ਵਰਗੀ ਕੋਈ ਇਨਸੀਡੈਂਟ ਹੋ ਕੇ ਬੇਕਸੂਰ ਲੋਕ ਮਰ ਜਾਣ ਤੇ ਆਪੋਜੀਸ਼ਨ ਉੱਥੇ ਪਹੁੰਚੇ? ਪ੍ਰਿਯੰਕਾ ਗਾਂਧੀ, ਅਖਿਲੇਸ਼ ਯਾਦਵ ਐਂਡ ਪੰਜਾਬ ਦੇ ਕੁਝ ਲੀਡਰਸ ਨੂੰ ਡਿਟੇਨ ਕੀਤਾ ਜਾਂਦਾ ਹੈ, ਹੋਰ ਵੀ ਯੂਪੀ ਦੇ ਬਹੁਤ ਆਪੋਜੀਸ਼ਨ ਦੇ ਲੀਡਰਸ ਨੂੰ ਡਿਟੇਨ ਕੀਤਾ ਜਾਂਦਾ, ਉੱਥੇ ਪਹੁੰਚਣ ਨਹੀਂ ਦਿੱਤਾ ਜਾ ਸਕਦਾ। ਇੰਨਾ ਭੱਜ ਕੇ ਆਪੋਜੀਸ਼ਨ ਦਾ ਉਸ ਪਾਸੇ ਨੂੰ ਜਾਣ ਦੇ ਦੋ ਕਾਰਨ ਹੋ ਸਕਦੇ ਆ। ਨੰਬਰ 1 ਕਿ ਚੋਣਾਂ ਨਜ਼ਦੀਕ ਹੋ ਸਕਦੀਆਂ ਨੇ। ਪੰਜਾਬ ਔਰ ਯੂਪੀ 'ਚ ਇੱਕੋ ਵਕਤ ਇੱਕੋ ਟਾਈਮ ਤੇ ਚੋਣਾਂ ਹੋਣਗੀਆਂ 2022 ਦੇ ਵਿੱਚ। ਉੱਥੇ ਦੀ ਆਈਡੈਂਟੀਟੀ, ਜੋ ਉੱਥੇ ਜਿਹੜੇ ਪ੍ਰੋਟੈਸਟਰਸ ਸ਼ਹੀਦ ਹੋਏ ਆ, ਉਹਨਾਂ ਦੀ ਆਈਡੈਂਟੀਟੀ ਬਹੁਤ ਮਾਇਨੇ ਰੱਖਦੀ ਹੈ ਕਿਉਂਕਿ ਉਹ ਸਭ ਸਿੱਖ ਚਿਹਰੇ ਸੀ। ਹੋ ਸਕਦਾ ਇੱਕ ਆਈਡੈਂਟੀਟੀ ਪੋਲਿਟਿਕਸ ਦੀ ਗੇਮ ਖੇਡਣ ਨੂੰ, ਉੱਥੋਂ ਸਿੰਪਥੀ ਲੈਣ ਦੇ ਲਈ ਯੂਪੀ 'ਚ ਤਾਂ ਕਾਂਗਰਸ ਨੂੰ ਫਾਇਦਾ ਮਿਲੇ ਨਾ ਮਿਲੇ, ਪਰ ਪੰਜਾਬ 'ਚ ਜ਼ਰੂਰ ਮਿਲ ਸਕਦਾ ਸੀ। ਇਸ ਕਰਕੇ ਇੰਨੀ ਦੌੜਨ ਦੀ, ਇੰਨੀ ਭੱਜਣ ਦੀ ਇੱਕ ਰੇਸ ਸੀਗੀ ਕਿ ਅਸੀਂ ਪਹੁੰਚਣਾ ਆ ਉੱਥੇ। ਇਹ ਵੀ ਹੋ ਸਕਦਾ ਕਿ ਵਾਕਈ ਦੇ ਵਿੱਚ, ਅਸਲੀਅਤ ਦੇ ਵਿੱਚ ਇਹਨਾਂ ਲੀਡਰਸ ਨੂੰ ਕਿਸਾਨਾਂ ਦੇ ਨਾਲ ਹਮਦਰਦੀ ਹੋਵੇ ਆਪੋਜੀਸ਼ਨ ਨੂੰ। ਇਸ ਬਰੂਟੈਲਿਟੀ ਤੋਂ ਬਾਅਦ ਵੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਚੁੱਪੀ ਜਿਹੜੀ ਹੈ ਉਹ ਇਹ ਵਿਸ਼ਵਾਸ ਕਰਾ ਰਹੀ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੇ ਮਿਨਿਸਟਰ ਆਫ ਸਟੇਟ ਗਲਤ ਨੇ, ਉਹਨਾਂ ਦੇ ਬੇਟੇ ਨੇ ਗਲਤ ਕੰਮ ਕੀਤਾ ਹੈ, ਬਸ ਉਹ ਐਕਸੈਪਟ ਨਹੀਂ ਕਰਨਾ ਚਾਹ ਰਹੇ, ਉਹ ਐਕਸੈਪਟ ਕਰ ਨਹੀਂ ਪਾ ਰਹੇ ਹੈਗੇ ਲੋਕਾਂ ਦੇ ਵਿੱਚ ਆ ਕੇ। ਮੁੱਕਦੀ ਗੱਲ ਇਹ ਹੈ ਕਿ ਕਿਸਾਨ ਅੰਦੋਲਨ ਆਪਣੇ ਆਪ ਦੇ ਵਿੱਚ ਇੱਕ ਬ੍ਰਾਂਡ ਬਣ ਚੁੱਕਾ ਹੈ। ਹਰ ਕੋਈ ਇਹਦਾ ਫਾਇਦਾ ਖੱਟਣਾ ਚਾਹੁੰਦਾ ਹੈ। ਬਹੁਤ ਵੱਡਾ ਪ੍ਰੈਸ਼ਰ ਗਰੁੱਪ ਹੈ ਕਿਸਾਨ ਅੰਦੋਲਨ ਇਸ ਟਾਈਮ ਤੇ, ਔਰ ਪ੍ਰੈਸ਼ਰ ਗਰੁੱਪ ਤੋਂ ਅੱਗੇ ਵੱਧ ਸਕਦਾ ਹੈ ਅਗਰ ਐਦਾਂ ਦੇ ਸਮਝੌਤੇ ਨਾ ਹੋਣ ਤਾਂ, ਤੇ ਵੱਧ ਤੋਂ ਵੱਧ ਲੋਕਾਂ ਨੂੰ ਇਹਦੇ ਵਿੱਚ ਜੋੜ ਕੇ ਇਹਨੂੰ ਜਨ ਅੰਦੋਲਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਮੇਰੇ ਵਿਚਾਰਾਂ ਨਾਲ ਤੁਹਾਡੀ ਸਹਿਮਤੀ ਹੈ ਕਿ ਅਸਹਿਮਤੀ ਹੈ, ਆਪਣੇ ਕਮੈਂਟ ਕਰਕੇ ਡੂ ਗਿਵ ਮੀ ਯੋਰ ਵਿਊ ਪੁਆਇੰਟ। ਥੈਂਕ ਯੂ।